ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਕਪਲ ਚੈਪਟਰ ਸ਼ੁਰੂ ਕੀਤਾ ਸੀ। ਉਹਦੇ ਪਰ ਬੇਸ ਕੁਝ ਫਿਲਮਾਂ ਕੀਤੀਆਂ ਸੀਗੀਆਂ ਆਪਾਂ। ਅੱਗੇ ਅੱਜ ਇੱਕ ਬੜੀ ਇੰਪੋਰਟੈਂਟ ਫਿਲਮ ਕਰਨੀ ਹੈਗੀ। ਉਸ ਤੋਂ ਪਹਿਲਾਂ ਇੱਕ ਟੌਪਿਕ ਕਰਨਾ ਆਪਾਂ ਨੇ ਇਕੁਇਵੈਲੈਂਸ ਆਫ ਟੂ ਕਪਲਸ। ਉਹ ਦੱਸ ਦੇਵਾਂਗੇ ਲਾਸਟ ਲੈਕਚਰ ਕੀਤਾ ਕੀ ਸੀ ਆਪਾਂ ਨੇ। ਉਹ ਕੀਤਾ ਸੀ ਕਿ ਕਪਲ ਜੋ ਹੈ ਉਹ ਕਿਵੇਂ ਕੱਢਣਾ। ਉਹ ਹੁੰਦਾ ਕਪਲ ਬਣਦਾ ਕਿਵੇਂ ਹੁੰਦਾ ਕਿ ਦੋ ਇਕੁਅਲ ਐਂਡ ਅਨਲਾਈਕ ਪੈਰਲਲ ਫੋਰਸਿਸ ਨੇ। ਲਾਈਨ ਆਫ ਐਕਸ਼ਨ ਦੋਨਾਂ ਡਿਫਰੈਂਟ ਆ, ਮਤਲਬ ਦੋਨੇ ਫ੍ਰੀ ਫੋਰਸਿਸ ਜਾਂ ਫ੍ਰੀ ਵੈਕਟਰ ਨਹੀਂ ਹੈਗੇ। ਆ ਦੋਨੇ ਪੈਰਲਲ ਨੇ। ਇੱਕ ਆਹ ਲਾਈਨ ਜਿਹੜੀ ਹੈਗੀ ਆ ਦੋਨਾਂ ਦੇ ਪਰਪੈਂਡੀਕੂਲਰ। ਇਹ ਫੋਰਸਿਸ ਮੰਨ ਲਓ ਦੋਨੇ ਪੀ ਨੇ, ਆਹ ਏ ਬੀ ਲੈ ਲਿਆ, ਦੋਨਾਂ ਦੇ ਪਰਪੈਂਡੀਕੂਲਰ। ਤਾਂ ਮੂਵਮੈਂਟ ਆਫ ਕਪਲ ਪੜਿਆ ਸੀ ਆਪਾਂ ਨੇ, ਇਹ ਹੁੰਦਾ ਹੈਗਾ ਫੋਰਸ ਇਨਟੂ ਡਿਸਟੈਂਸ ਬਿਟਵੀਨ them। ਤੇ ਇਹ ਡਿਸਟੈਂਸ ਦਾ ਨਾਮ ਰੱਖਿਆ ਸੀ ਆਪਾਂ ਨੇ ਆਰਮ। ਇਹ ਆਰਮ ਆਫ ਕਪਲ ਇਹ ਪੜਿਆ ਸੀ। ਤੇ ਇਹ ਪੜਿਆ ਸੀ ਆਪਾਂ ਨੇ ਜੇ ਇਹ ਜਿਵੇਂ ਸਕੇਲ ਚ ਕਲੌਕਵਾਈਜ਼ ਘੁਮਾਏਗਾ ਤਾਂ ਮੂਵਮੈਂਟ ਆਫ ਕਪਲ ਨੈਗੇਟਿਵ ਹੋਊਗਾ, ਜੇ ਐਂਟੀ ਕਲੌਕਵਾਈਜ਼ ਘੁਮਾਏਗਾ ਤਾਂ ਮੂਵਮੈਂਟ ਆਫ ਕਪਲ ਜੋ ਹੈ ਉਹ ਪੋਜ਼ਿਟਿਵ। ਇਹ ਲਾਸਟ ਕੀਤਾ ਸੀ ਆਪਾਂ ਨੂੰ। ਜਿਹੜੀ ਗੱਲ ਇਹ ਚ ਹੁਣ ਪੜ੍ਹਨੀ ਆ ਆਪਾਂ ਨੇ, ਇਕੁਇਵੈਲੈਂਸ ਆਫ ਟੂ ਕਪਲ। ਦੋ ਕਪਲ ਨੂੰ ਆਪਾਂ ਇਕੁਇਵੈਲੈਂਟ ਕਦੋਂ ਕਹਾਂਗੇ। ਇਹ ਕਾਫੀ ਇੰਪੋਰਟੈਂਟ ਹੈ ਜੀ ਟੌਪਿਕ। ਇਹਦੇ ਉੱਪਰ ਬੇਸਡ ਕਾਫੀ ਇੰਪੋਰਟੈਂਟ ਆਪਾਂ ਨੇ ਸ਼ੁਰੂ ਕਰਨੀ ਹੈਗੀ। ਉਹ ਕਿਵੇਂ ਆ ਇਹ ਸਮਝਣਾ ਆਪਾਂ। ਜਿਵੇਂ ਇੱਕ ਛੋਟੀ ਗੱਲ ਹੋਰ ਇਸ ਤੋਂ ਪਹਿਲਾਂ ਇੱਕ ਨੋਟ ਪਾ ਲਿਓ। ਜੇ ਪਿੱਛੇ ਬਣਾਇਆ ਸੀ ਆਪਾਂ ਨੇ, ਆ ਕਪਲ ਬਣਾਇਆ ਸੀ ਤਾਂ ਪੀ ਫੋਰਸ ਹੈ ਜੀ, ਆ ਏ ਬੀ। ਤਾਂ ਕਪਲ ਨੂੰ ਸ਼ਾਰਟ ਫਾਰਮ ਚ ਕਿੱਦਾਂ ਪਾਵਾਂਗੇ, ਫੋਰਸ ਕੌਮਾ ਆਰਮ ਬ੍ਰੈਕਟਸ। ਇਹ ਅੰਡਰਸਟੂਡ ਆ ਕਿ ਇਹ ਕਪਲ ਦੀ ਗੱਲ ਹੋ ਰਹੀ ਹੈ। ਇਹ ਕਪਲ ਫੋਰਸ ਕੌਮਾ ਆਰਮ, ਆਰਮ ਕਿੰਨੀ ਹੈ ਚ ਏ ਬੀ, ਦੋਨੇ ਇਕੱਠੇ ਪਾ ਦੋ ਬ੍ਰੈਕਟ ਚ, ਇਹਨੂੰ ਕਪਲ ਕਹਾਂਗੇ। ਹੁਣ ਇਕੁਇਵੈਲੈਂਸ ਦਾ ਮਤਲਬ ਕੀ ਹੈਗਾ ਉਹ ਗੱਲ ਦੇਖੋ। ਆ ਪੀ ਫੋਰਸ ਆ ਜੀ, ਇਹਨਾਂ ਵਿੱਚ ਡਿਸਟੈਂਸ ਮੰਨ ਲਓ ਡੀ ਲੈ ਲਿਆ। ਹੁਣ ਕੀ ਕੀਤਾ, ਇੱਕ ਹੋਰ ਫੋਰਸ ਲੈ ਰਹੇ ਸੇਮ ਸੈਂਸ ਵਿੱਚ। ਸੇਮ ਸੈਂਸ ਜਿਵੇਂ ਆ ਲਈਏ, ਜਿਵੇਂ ਲਾਈਨ ਆਫ ਐਕਸ਼ਨ ਜਿਸ ਤਰ੍ਹਾਂ ਵਰਤੀ ਹੋਈ। ਲਾਈਨ ਆਫ ਐਕਸ਼ਨ ਦੀ ਗੱਲ ਨਹੀਂ ਕਰ ਰਿਹਾ ਮੈਂ। ਸੇਮ ਸੈਂਸ ਮਤਲਬ ਜੇ ਇਹ ਬਾਡੀ ਨੂੰ ਕਲੌਕਵਾਈਜ਼ ਘੁਮਾ ਰਹੀ ਆ ਤਾਂ ਇਹ ਵੀ ਕਲੌਕਵਾਈਜ਼ ਘੁਮਾਵੇ। ਲਾਈਨ ਆਫ ਐਕਸ਼ਨ ਇਹਦੀ ਕੁਛ ਹੋਰ ਹੈ, ਇਹਦੀ ਕੁਛ ਹੋਰ ਹੈ। ਲਾਈਨ ਆਫ ਐਕਸ਼ਨ ਦੀ ਗੱਲ ਨਹੀਂ ਕਰ ਰਹੇ। ਡਿਸਟੈਂਸ ਵੀ ਮੰਨ ਲਓ ਇਹਨਾਂ ਦਾ ਅਲੱਗ, ਡਿਸਟੈਂਸ ਵੀ ਅਲੱਗ ਮੰਨ ਲਓ। ਇਹ ਡਿਸਟੈਂਸ ਜੋ ਹੈ ਉਹ ਈ ਹੈ। ਜੇ ਆਪਣੇ ਕੋਲ ਪਹਿਲੇ ਦਾ ਮੂਵਮੈਂਟ ਆਫ ਕਪਲ ਕਿੰਨਾ ਹੋਊਗਾ, P ਇੰਟੂ ਡੀ, ਫੋਰਸ ਇੰਟੂ ਆਰ। ਦੂਜਾ ਮੂਵਮੈਂਟ ਆਫ ਕਪਲ ਕਿੰਨਾ ਹੈਗਾ, Q ਇੰਟੂ E। ਜੇ ਦੋਨਾਂ ਦਾ ਮੂਵਮੈਂਟ ਆਫ ਕਪਲ ਸੇਮ ਤਾਂ ਆਪਾਂ ਦੋਨੇ ਕਹਾਂਗੇ ਕਿ ਇਹ ਦੋਨੇ ਕਪਲ ਇਕੁਇਵੈਲੈਂਟ ਨੇ। ਮਤਲਬ ਇਹ ਵੀ ਕਪਲ ਬਣਾ ਰਿਹਾ, ਇਹ ਵੀ ਕਪਲ ਬਣਾ ਰਿਹਾ, ਦੋਨੇ ਕਪਲ ਬਣਾ ਰਹੇ ਨੇ। ਜੇ ਦੋਨੇ ਕਪਲ ਨੇ, ਦੋਨਾਂ ਦਾ ਮੂਵਮੈਂਟ ਆਫ ਕਪਲ ਸੇਮ, ਸੈਂਸ ਵੀ ਸੇਮ ਆ। ਮਤਲਬ ਜੇ ਇਹ ਐਂਟੀ ਕਲੌਕਵਾਈਜ਼, ਇਹ ਕਲੌਕਵਾਈਜ਼ ਘੁਮਾ ਰਿਹਾ, ਇਹ ਵੀ ਕਲੌਕਵਾਈਜ਼ ਘੁਮਾਵੇ। ਜੇ ਦੋਨਾਂ ਦਾ ਮੂਵਮੈਂਟ ਆਫ ਕਪਲ ਸੇਮ ਤਾਂ ਆਪਾਂ ਕਹਾਂਗੇ ਇਹ ਦੋਨੇ ਕਪਲ ਆਪਸ ਚ ਇਕੁਇਵੈਲੈਂਟ ਨੇ। ਮਤਲਬ ਜੋ ਕਪਲ ਦਾ ਕੰਮ ਇੱਥੇ ਹੋ ਰਿਹਾ ਉਹੀ ਕਪਲ ਦਾ ਕੰਮ ਇੱਥੇ, ਦੋਨੇ ਸੇਮ ਇਕੁਇਵੈਲੈਂਟ ਕਪਲ ਕਹਾਂਗੇ। ਧਿਆਨ ਰੱਖਣੀ ਹੈਗੀ ਆ, ਮਤਲਬ ਲਾਈਨ ਆਫ ਐਕਸ਼ਨ ਅਲੱਗ-ਅਲੱਗ ਆ, ਸੇਮ ਹੋਵੇ ਚਾਹੇ ਅਲੱਗ-ਅਲੱਗ ਹੋਵੇ ਇਹ ਮੈਟਰ ਨਹੀਂ ਕਰਦਾ। ਜੇ ਦੋਨਾਂ ਦਾ ਇਹ ਪ੍ਰੋਡਕਟ ਤੇ ਇਹ ਵਾਲਾ ਪ੍ਰੋਡਕਟ ਬਰਾਬਰ ਆ ਰਿਹਾ, ਮਤਲਬ ਜੇ ਮੂਵਮੈਂਟ ਆਫ ਕਪਲ ਬਰਾਬਰ ਆ ਰਿਹਾ ਦੋਨਾਂ ਦਾ, ਤਾਂ ਆਪਾਂ ਕਹਾਂਗੇ ਕਿ ਇਹ ਦੋਨੇ ਆਪਸ ਚ ਇਕੁਇਵੈਲੈਂਟ ਨੇ। ਮਤਲਬ ਚਾਹੇ ਆ ਲਿਖ ਲਵੋ, ਚਾਹੇ ਆ ਕਪਲ ਬਣਾ ਲਓ, ਚਾਹੇ ਆ ਕਪਲ ਬਣਾ ਲਓ, ਗੱਲ ਇੱਕੋ ਹੀ ਹੈ। ਇਕੁਇਵੈਲੈਂਟ ਦਾ ਮਤਲਬ ਹੁੰਦਾ ਕਿ ਚਾਹੇ ਇਹ ਬਣਾ ਲਓ ਚਾਹੇ ਇਹ ਬਣਾ ਲਓ, ਗੱਲ ਇੱਕੋ ਹੀ ਹੈ, ਦੋਨੇ ਸੇਮ ਨੇ। ਜਾਂ ਕਹ ਲਓ ਕਿ ਇਹਨੂੰ ਇਹਦੇ ਵਿੱਚ ਕਨਵਰਟ ਕਰ ਸਕਦੇ ਆਪਾਂ, ਇਹਨੂੰ ਇਹਦੇ ਵਿੱਚ ਕਨਵਰਟ ਕਰ ਸਕਦੇ।
ਇਹ ਇਕੁਇਵਲੈਂਸ ਆਫ ਟੂ ਕਪਲ ਦਾ ਕਨਸੈਪਟ ਹੈ। ਹੁਣ ਇਹਦੇ ਉੱਪਰ ਬੇਸ ਥਿਊਰਮ ਕਰਨੀ ਹੈ ਆਪਾਂ ਨੇ। ਥਿਊਰਮਾਂ ਜੀ ਉਵੇਂ ਨੇ, ਜਿਹੜੇ ਬੱਚੇ ਪੜ੍ਹ ਰਹੇ ਹੋਣਗੇ ਪਹਿਲਾਂ ਨੂੰ ਪਤਾ ਹੋਊਗਾ ਕਿ ਜਿਹੜੀ ਆਪਾਂ ਨੇ ਰਿਜ਼ੋਲਵਡ ਪਾਰਟ ਹੈ ਥਿਊਰਮ ਕੀਤੀ ਸੀਗੀ ਸਭ ਤੋਂ ਪਹਿਲਾਂ, ਜਨਰਲਾਈਜ਼ਡ ਥਿਊਰਮ ਆਫ ਰਿਜ਼ੋਲਵਡ ਪਾਰਟ। ਜਨਰਲਾਈਜ਼ਡ ਥਿਊਰਮ ਸੀਗੀ ਆਪਣੇ ਕੋਲ ਨੰਬਰ ਆਫ ਫੋਰਸ ਜਿੰਨੇ ਮਰਜ਼ੀ ਹੋਣ, ਕਿਸੇ ਇੱਕ ਡਾਇਰੈਕਸ਼ਨ ਲਵਾਂਗੇ ਉਹਨਾਂ ਰਿਜ਼ਲਟ ਪਾਰਟ ਲਵਾਂਗੇ, ਉਹ ਰਿਜ਼ਲਟ ਉਹਦਾ ਜੈਬਰਿਕ ਸਮ ਕਰਾਂਗੇ, ਉਹ ਆਪਣੇ ਕੋਲ ਰਿਜ਼ਲਟੈਂਟ ਦੇ ਰਿਜ਼ਲਟ ਪਾਰਟ ਦੇ ਬਰਾਬਰ ਆਊਗਾ। ਤੇ ਇਦਾਂ ਆਪਾਂ ਜਨਰਲਾਈਜ਼ ਕੀਤੀ ਮੂਵਮੈਂਟ ਵਾਸਤੇ, ਇੱਕ ਪੁਆਇੰਟ ਦੇ ਅਬਾਊਟ ਜਿੰਨੇ ਮਰਜ਼ੀ ਫੋਰਸ ਜਾਂ ਮੂਵਮੈਂਟ ਕੱਢ ਕੇ ਅਲਜੈਬਰਿਕ ਸਮ ਕਰ ਲਓ, ਉਹ ਰਿਜ਼ਲਟੈਂਟ ਦੇ ਮੂਵਮੈਂਟ ਦੇ ਬਰਾਬਰ ਆਊਗਾ ਅਬਾਊਟ ਦੈਟ ਪੁਆਇੰਟ। ਬਿਲਕੁਲ ਸੇਮ ਇਦਾਂ ਹੀ ਕਰਨੀ ਆ ਆਪਾਂ ਕਪਲ ਉੱਪਰ ਥਿਊਰਮ। ਮੈਂ ਸਟੇਟਮੈਂਟ ਪੜ੍ਹ ਰਿਹਾ ਜੀ, ਇਹ ਵੀ ਕਾਫੀ ਇੰਪੋਰਟੈਂਟ ਹੈ ਜੀ, ਤੁਸੀਂ ਵੀ ਸਟੇਟਮੈਂਟ ਦੇਖ ਲਓ। Prove that resultant of number of coplanar couple is equivalent to single couple of moment equal to algebraic sum of moments of given couples। देखो की हैगा अपने को, तो स्टार्ट कर रहे हैं। एक कपल ने काफी, मान लो एक कपल है, डायरेक्शन जो है सारे दी सेम रख रहे हैं। ਇਹਦਾ डिस्टेंस t एक और बनाया, ਇਹਦਾ डिस्टेंस क्यों एक और बना रहे हैं। डिस्टेंस एक स्टेटमेंट समझ है पहला की है, मैं लिखना भी स्टेटमेंट समझांगे। लेट कर लिया P, P Q, Q R, R up to so D any number of couples। ਇਹ ਸਪੋਜ਼ ਕਰ ਲਿਆ। ਆਪਾਂ ਨੇ ਪਹਿਲਾ ਗੱਲ ਕੀ ਸ਼ੋ ਕਰਨੀ, ਕਿਸੇ ਵੀ ਜਿੰਨੇ ਮਰਜ਼ੀ ਕਪਲ ਬਣੇ ਹੋਣ, ਇਹ ਸਾਰਿਆਂ ਨੂੰ ਆਪਾਂ ਇੱਕ ਸਿੰਗਲ ਕਪਲ ਚ ਕਨਵਰਟ ਕਰ ਸਕਦੇ। ਸਟੇਟਮੈਂਟ ਪੜ੍ਹ ਦੋ ਧਿਆਨ ਨਾਲ ਕਿਵੇਂ। Prove that resultant of number of coplanar couple is equivalent to single couple। ਪਹਿਲੀ ਗੱਲ, ਇਹ ਸਾਰੇ ਕਪਲ ਨੂੰ ਆਪਾਂ ਇੱਕ ਸਿੰਗਲ ਕਪਲ ਚ ਕਰ ਸਕਦੇ ਹਾਂ। ਦੂਜੀ ਗੱਲ, ਜੋ ਮਤਲਬ ਸਿੰਗਲ ਕਪਲ ਲਾ ਲਓ, ਆ ਸਿੰਗਲ ਕਪਲ ਹੈ, ਰਿਜ਼ਲਟੈਂਟ ਲੈ ਲਿਆ। ਰਿਜ਼ਲਟੈਂਟ ਆ ਤੇ ਬਾਕੀ ਦੇਖਾਂਗੇ ਕਿਵੇਂ। ਇਹ ਸਾਰੇ ਕਪਲ ਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਰ ਸਕਦੇ। ਪਹਿਲੀ ਗੱਲ। ਦੂਜੀ ਗੱਲ, ਜੋ ਇਹਨਾਂ ਸਾਰੇ ਕਪਲ ਦਾ ਮੂਵਮੈਂਟ ਆਫ ਕਪਲ ਹੋਊਗਾ, ਮੂਵਮੈਂਟ ਆਫ ਕਪਲ ਆਫ ਦਿਸ ਫੋਰਸ, ਮੂਵਮੈਂਟ ਆਫ ਕਪਲ ਆਫ ਦਿਸ ਫੋਰਸ, ਮੂਵਮੈਂਟ ਆਫ ਕਪਲ ਆਫ ਦਿਸ ਫੋਰਸ ਇਜ਼ ਇਕੁਅਲ ਟੂ ਜੋ ਰਿਜ਼ਲਟੈਂਟ ਹੋਊਗਾ ਉਹਦੇ ਮੂਵਮੈਂਟ ਆਫ ਕਪਲ ਦੇ ਬਰਾਬਰ ਹੋਊਗਾ। ਜਿਵੇਂ ਆਪਾਂ ਮੂਵਮੈਂਟ ਚ ਪੜ੍ਹਦੇ ਆ ਰਹੇ ਹੈਗੇ ਆ ਜਾਂ ਰਿਜ਼ਲਟ ਪਾਰਟ ਦੀ ਥਿਊਰਮ ਕੀਤਾ ਹੈਗਾ, ਜੋ ਸਾਰੀ ਫੋਰਸਿਸ ਦਾ ਆਪਣੇ ਕੋਲ ਮੂਵਮੈਂਟ ਆਫ ਕਪਲ ਹੋਊਗਾ, ਇਹਨਾਂ ਦਾ ਅਲਜੈਬਰਾਇਕ ਸਮ ਇਹਦੇ ਮੂਵਮੈਂਟ ਆਫ ਕਪਲ ਦੇ ਬਰਾਬਰ ਹੋਊਗਾ ਜੋ ਰਿਜ਼ਲਟੈਂਟ ਹੈ। ਇਹ ਆਪਾਂ ਨੇ ਇਹਦੇ ਵਿੱਚ ਸ਼ੋ ਕਰਨਾ। ਸੋ ਦੇਖੋ ਧਿਆਨ, ਇਹ ਪ੍ਰੂਫ ਕਰ ਰਹੇ ਆਪਾਂ। ਪ੍ਰੂਫ ਵਾਸਤੇ ਹੀ ਕਰ ਰਹੇ ਹੈਗਾ ਜੀ, ਜਿਹੜਾ ਇਹ ਮੰਨਿਆ ਆਪਾਂ ਨੇ ਰਿਜ਼ਲਟੈਂਟ ਸੌਖੇ ਵਾਸਤੇ, ਉਹਨੂੰ ਮੈਂ P ਦੀ ਡਾਇਰੈਕਸ਼ਨ ਲੈ ਰਿਹਾ ਸੌਖੇ ਵਾਸਤੇ। ਜਿਹੜਾ ਆਪਾਂ ਇਹ ਸਮਝਿਓ ਧਿਆਨ ਨਾਲ, ਥੋੜੀ ਡਾਇਗਰਾਮ ਦੇਖਣੀ ਹੈ ਧਿਆਨ ਨਾਲ, ਬਾਕੀ ਦਾ ਪ੍ਰੂਫ ਸੌਖਾ ਹੀ ਹੈ। ਜਿਹੜਾ ਰਿਜ਼ਲਟੈਂਟ ਹੈ ਸਾਰਿਆਂ ਦਾ, ਉਹ P ਦੀ ਫਾਰਮ ਚ ਬਣਾ ਰਹੇ ਸੀ ਡਾਇਰੈਕਸ਼ਨ, ਆਰ ਡਿਸਟੈਂਸ ਵਾਲਿਆ ਇतना P ਲੈ ਲਿਆ। ਇਹ ਸਮਝ ਆ ਜੂ ਕਿਵੇਂ।
ਹੁਣ ਸਾਰਾ ਰਿਜ਼ਲਟੈਂਟ ਕੱਢਣਾ। ਰਿਜ਼ਲਟੈਂਟ ਕਿਵੇਂ ਕੱਢਾਂਗੇ ਆਪਾਂ? ਸਾਰਿਆਂ ਨੂੰ ਕਿਸੇ ਇੱਕ ਦੇ ਇਕੁਇਵਲੈਂਟ ਕਰਨਾ ਆਪਾਂ ਨੇ ਕੀਤਾ ਹੁਣ ਕਿ ਇਹ ਕਪਲ ਨੂੰ ਇਹ ਕਪਲ ਦੇ ਆਪਾਂ ਇਕੁਇਵਲੈਂਟ ਕਰ ਸਕਦੇ। ਦੋ ਕਪਲ ਆਪਸ ਚ ਇਕੁਇਵਲੈਂਟ ਕਦੋਂ ਹੋਣਗੇ? ਜੋ ਇਹਦਾ ਮੂਵਮੈਂਟ ਆਫ ਕਪਲ ਤੇ ਇਹਨਾਂ ਮੂਵਮੈਂਟ ਆਫ ਕਪਲ ਕੀ ਹੈਗਾ? ਸੇਮ ਹੋਊਗਾ। ਦੇਖਿਓ ਧਿਆਨ ਨਾਲ, ਇਹਦਾ ਸੇਮ ਮੰਨਿਆ ਆਪਾਂ। ਇਹ ਡਾਇਗਰਾਮ ਲੱਗ ਕਿਉਂ ਬਣਾਇਆ? ਲੱਗ ਜੂ ਪਤਾ ਇਹ ਸਮਝ ਲਓ ਪਹਿਲਾਂ, ਫਿਰ ਲੱਗ ਜਾਏਗਾ ਪਤਾ ਕੀ ਜਾ ਕੇ। ਇੱਥੇ ਐਕਸ ਮੰਨ ਲਿਆ, ਇੱਕ ਫੋਰਸ ਨਾਲ ਇਹਦੇ ਉੱਪਰ ਕਿਵੇਂ ਜਿਹੜੀ ਇਹਦਾ ਮੂਵਮੈਂਟ ਆਫ ਕਪਲ ਹੈ ਉਹ ਇਹਦੇ ਮੂਵਮੈਂਟ ਆਫ ਕਪਲ ਦੇ ਬਰਾਬਰ ਆ। ਮਤਲਬ ਐਕਸ ਫੋਰਸ ਆਪਾਂ ਏਦਾਂ ਮੰਨੀ ਆ ਕਿ ਐਕਸ ਤੇ ਪੀ ਦਾ ਜੋ ਕਪਲ ਹੈ ਉਹ ਕਿਊ ਤੇ ਕਿਊ ਦੇ ਕਪਲ ਦੇ ਬਰਾਬਰ। ਇਹ ਆਪਾਂ ਨੇ ਮੰਨੀ। ਲੈਟ ਕਰ ਲਿਆ, ਦੇਖੋ ਧਿਆਨ ਨਾਲ, ਲੈਟ ਐਕਸ ਪੀ ਇਜ਼ couple ball, let couple xp is equivalent to q। ਇਦਾਂ ਮੰਨ ਸਕਦੇ ਆ, ਪਿੱਛੇ ਕੀਤਾ ਆਪਾਂ ਨੇ ਕਿ ਜੇ ਆਪਾਂ ਨੇ ਦੋ ਕਪਲ ਇਕੁਇਵਲੈਂਟ ਕਰਨੇ ਨੇ ਤਾਂ ਉਹਨਾਂ ਦੀ ਲਾਈਨ ਆਫ ਐਕਸ਼ਨ ਕੰਪਲਸਨ ਨਹੀਂ ਕਿ ਸੇਮ ਹੋਵੇ। ਇਦਾਂ ਨਹੀਂ ਕਿ ਲਾਈਨ ਆਫ ਐਕਸ਼ਨ ਇਹ ਹੋਰ ਆ ਇਹ ਹੋਰ ਆ, ਇਹ ਕਰ ਸਕਦੇ ਆਪਾਂ ਸੇਮ। ਬਸ ਇਹਦੇ ਵਿੱਚ ਐ ਕਿ ਆ ਐਕਸ ਫੋਰਸ ਆਪਾਂ ਆਪਣੇ ਕੋਲ ਮੰਨ ਲਈ। ਐਕਸ ਫੋਰਸ ਆਪਾਂ ਇਦਾਂ ਮੰਨੀ ਆ ਕਿ ਇਹ ਜਿਹੜਾ ਕਪਲ ਹੈ ਇਹਦੇ ਇਕੁਇਵਲੈਂਟ ਹੋਵੇ। ਜੇ ਇਕੁਇਵਲੈਂਟ ਹੈ ਤਾਂ ਕੀ ਹੋਊਗਾ? ਦਿਸ ਇੰਪਲਾਈ ਪਹਿਲੇ ਦਾ ਮੂਵਮੈਂਟ ਆਫ ਕਪਲ ਕੱਢ ਲਿਆ, ਦੂਜਾ ਮੂਵਮੈਂਟ ਆਫ ਕਪਲ ਕੱਢ ਲਿਆ, ਇਹ ਸੇਮ ਹੈ। ਮੂਵਮੈਂਟ ਆਫ ਕਪਲ ਕਿੰਨਾ ਹੋਊਗਾ? ਪਹਿਲੇ ਦਾ ਐਕਸ ਪੀ ਆਊਗਾ, ਦੂਜਾ ਕਿੰਨਾ ਹੋਊਗਾ? ਕਿਊ ਕਿਊ ਆਏਗਾ। ਡਾਇਰੈਕਸ਼ਨ ਐਂਟੀ ਕਲੌਕਵਾਈਜ਼ ਆ, ਉਹ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਹੋਣ ਕਰਕੇ ਪੋਜ਼ਿਟਿਵ ਆਊਗਾ। ਜਿੱਥੇ ਇਕੁਇਵਲੈਂਟ ਦਾ ਕਨਸੈਪਟ ਸਮਝਾਇਆ ਸੀ ਨਾ, ਉੱਥੇ ਨੈਗੇਟਿਵ ਪਾਣਾ ਰਹਿ ਗਿਆ ਸੀ। ਉਹ ਤੁਸੀਂ ਆਪ ਹੀ ਦੇਖ ਲਿਓ, ਜਿਹੜਾ ਪਿੱਛੇ ਕਨਸੈਪਟ ਕੀਤਾ ਸੀ ਆਪਾਂ, ਉਹ ਦੋਨੇ ਨੈਗੇਟਿਵ, ਉਹਦੀ ਡਾਇਰੈਕਸ਼ਨ ਕਲੌਕਵਾਈਜ਼ ਸੀਗੀ। ਇਹ ਤਾਂ ਬਰਾਬਰ ਪਾਤਾ ਸੀਗਾ ਜੀ, ਪਰ ਨੈਗੇਟਿਵ ਸਾਈਨ ਨਹੀਂ ਪਾਇਆ ਸੀ, ਤੁਸੀਂ ਚੈੱਕ ਕਰ ਲਿਓ, ਉਹ ਰਹਿ ਗਿਆ ਸੀ ਪਿੱਛੇ। ਸੋ ਇੱਥੇ ਪੋਜ਼ਿਟਿਵ ਹੀ ਆਊਗਾ ਬਿਕੋਜ਼ ਇੱਥੇ ਐਂਟੀ ਕਲੌਕਵਾਈਜ਼ ਆ। ਇਦਾਂ ਆਪਾਂ ਕਰ ਸਕਦੇ ਹਾਂ ਕਿ ਇਹਦਾ ਫਾਇਦਾ ਕੀ ਹੋ ਗਿਆ ਫਿਰ ਆਪਾਂ ਨੂੰ? ਇਦਾਂ ਕਰਨ ਦਾ ਕੀ ਫਾਇਦਾ ਹੋਇਆ? ਇਦਾਂ ਕਰਨ ਦਾ ਇਹ ਫਾਇਦਾ ਹੋਇਆ ਕਿ ਹੁਣ ਆਹ ਦੋ ਕਪਲ ਦਾ ਰਿਜ਼ਲਟੈਂਟ ਕੱਢਣਾ ਸੌਖਾ ਹੋ ਗਿਆ। ਰਿਜ਼ਲਟੈਂਟ ਕਿਵੇਂ ਆਊਗਾ? ਇਹ ਓਵਰਆਲ ਫੋਰਸ ਕਿੰਨੀ ਬਣ ਗਈ? P plus X, P ਤੇ X ਇਕੁਅਲ ਡਾਇਰੈਕਸ਼ਨ ਦੇ। ਇਹ ਰਿਜ਼ਲਟੈਂਟ ਹੋ ਗਿਆ ਓਵਰਆਲ। ਇਹਦਾ ਮੂਵਮੈਂਟ ਆਫ ਕਪਲ ਕੀ ਆਊਗਾ? ਇਨਟੂ P। ਇਹਦਾ ਇਹ ਫਾਇਦਾ ਹੋ ਗਿਆ, ਦੋ ਫੋਰਸਾਂ ਨੂੰ ਆਪਾਂ ਇੱਕੋ ਡਾਇਗਰਾਮ ਦੇ ਵਿੱਚ ਕਿਵੇਂ ਕਨਵਰਟ ਕਰਨ ਦਾ ਫਾਇਦਾ ਹੋਇਆ ਆਪਾਂ ਨੂੰ। ਇਹਦਾ ਫਾਇਦਾ ਇਹ ਹੋ ਗਿਆ ਕਿ ਹੁਣ ਇਹ ਰਿਜ਼ਲਟੈਂਟ ਬਣ ਗਿਆ ਦੋਨਾਂ ਦਾ। ਇਹਦਾ ਮੂਵਮੈਂਟ ਆਫ ਕਪਲ ਕੱਢ ਸਕਦੇ ਹਾਂ। ਫੋਰਸ ਕਿੰਨਾ ਹੋ ਗਿਆ? P plus X ਇਨਟੂ ਡਿਸਟੈਂਸ ਕਿੰਨਾ P। ਇਹ ਰਿਜ਼ਲਟੈਂਟ ਦਾ ਮੂਵਮੈਂਟ ਆਫ ਕਪਲ ਆ ਗਿਆ। ਫਿਰ ਆਪਾਂ ਕੀ ਚੈੱਕ ਕਰਾਂਗੇ? ਆਪਾਂ ਚੈੱਕ ਕਰਾਂਗੇ ਕਿ ਇਹਨਾਂ ਦੋਨਾਂ ਫੋਰਸਿਸ ਦਾ ਜੋ ਮੂਵਮੈਂਟ ਆਫ ਕਪਲ ਦਾ ਸਮ ਹੈਗਾ ਇਹ ਬਰਾਬਰ ਆ ਰਿਹਾ ਹੈ। ਇਹ ਸ਼ੋਅ ਕਰਨਾ। ਮਤਲਬ ਪਹਿਲਾਂ ਆਪਾਂ ਇਹ ਸ਼ੋਅ ਕੀਤਾ ਕਿ ਦੋ ਕਪਲ ਨੂੰ ਸਿੰਗਲ ਕਪਲ ਚ ਕਨਵਰਟ ਕਰ ਸਕਦੇ। ਦੇਖੋ ਦੋ ਕਪਲ ਦਾ ਸਿੰਗਲ ਕਪਲ ਬਣ ਗਏ। ਦੇਖੋ ਸਿੰਗਲ ਕਪਲ ਕਿਵੇਂ ਆ? ਇੱਧਰ ਫੋਰਸ P plus X ਆ, ਇੱਧਰ ਫੋਰਸ P plus X ਤੇ ਆਰਮ ਕਿੰਨੀ ਹੈ P। ਇਹ ਸਿੰਗਲ ਕਪਲ ਬਣ ਗਏ। ਪਰ ਆਪਾਂ ਦੋ ਵਾਸਤੇ ਨਹੀਂ ਕਰਨਾ, ਆਪਾਂ ਦੱਸਣਾ ਕਿ ਸਾਰਿਆਂ ਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਰ ਸਕਦੇ। ਸਾਰਾ ਦਾ ਅੱਗੇ ਚਲਾਵਾਂਗੇ। ਇਸ ਤੋਂ ਪਹਿਲਾਂ ਇਹਦੇ ਵਿੱਚੋਂ X ਵੀ ਕੱਢ ਰਹੇ ਹਾਂ। X ਕਿੰਨਾ ਹੋਊਗਾ? Q by P। ਸਿਮਿਲਰਲੀ ਜੇ ਲੈਫਟ ਕੀਤਾ ਆਪਾਂ ਇਸ ਤੋਂ ਬਾਅਦ ਕਪਲ ਜਿਹੜਾ R is equivalent to Y। ਇੱਧਰ ਹੁਣ Y ਲੈ ਲਿਆ। ਉਹੀ ਗੱਲ ਆ ਜੀ, ਆਪਾਂ ਇਹਨੂੰ ਇਹਦੇ ਵਿੱਚ ਹੀ ਬਣਾ ਰਹੇ ਹਾਂ ਤਾਂ ਜੋ ਆਪਾਂ ਨੂੰ ਰਿਜ਼ਲਟੈਂਟ ਕੱਢਣਾ ਸੌਖਾ ਰਹੇ। ਕਰ ਸਕਦੇ ਹਾਂ ਆਪਾਂ ਇਹ ਕਪਲ ਨੂੰ ਕਿਸੇ ਵੀ ਇਕੁਇਵਲੈਂਟ ਦੇ ਬਰਾਬਰ ਕਰ ਸਕਦੇ ਹਾਂ। ਇਹਦੇ ਇਕੁਇਵਲੈਂਟ ਕੀ ਮੰਨ ਲਿਆ ਆਪਾਂ? YP ਵਾਲਾ ਮੰਨ ਲਿਆ। ਇਹ ਕੋਈ ਪ੍ਰੋਬਲਮ ਨਹੀਂ ਹੈਗੀ। ਇੱਧਰ R ਪਹਿਲਾਂ ਆਪਾਂ, ਇੱਧਰ XP ਪਹਿਲਾਂ ਆਪਾਂ, ਕੋਈ ਫਰਕ ਨਹੀਂ ਪੈਂਦਾ। ਜੇ ਆਪਣੇ ਕੋਲ ਇਕੁਇਵਲੈਂਟ ਹੈਗਾ ਤਾਂ ਇੱਥੋਂ ਕੀ ਹੋਊਗਾ ਕਿ R ਇਕੁਅਲ ਟੂ YP। ਇੱਥੋਂ Y ਫੋਰਸ ਨਿਕਲ ਜਾਏਗੀ। Y ਫੋਰਸ ਕੀ ਹੋਊਗੀ? R by P। ਤਾਂ ਕੀ ਬਣ ਗਿਆ ਹੁਣ? ਇਹ ਤਿੰਨਾਂ ਕਪਲ ਨੂੰ ਆਪਾਂ ਇੱਕ ਸਿੰਗਲ ਕਪਲ ਚ ਕਨਵਰਟ ਕਰਦੇ।
ਸਿੰਗਲ ਕਪਲ ਦੀ ਫੋਰਸ ਕੀ ਹੈ P + X + Y। ਦੋ ਨੂੰ ਪਹਿਲਾਂ ਸਿੰਗਲ 'ਚ ਕੀਤਾ, ਫਿਰ ਤਿੰਨ ਨੂੰ ਸਿੰਗਲ 'ਚ ਕੀਤਾ, ਐਂ ਸੌਣ ਚਲਾਈ ਜਾਵਾਂਗੇ। ਤਾਂ ਆਪਾਂ ਕਹਿ ਸਕਦੇ ਹਾਂ ਓਵਰਆਲ ਕਿ ਸਾਰੀਆਂ ਕਪਲ ਨੂੰ ਇੱਕ ਸਿੰਗਲ ਕਪਲ ਦੇ ਵਿੱਚ ਆਪਾਂ ਕਨਵਰਟ ਕਰ ਸਕਦੇ ਹਾਂ। Therefore, all couples PP, QQ, RR up to so on can be converted into ਸਿੰਗਲ ਕਪਲ। ਇਹ ਸਾਰੇ ਕਪਲ ਨੂੰ ਆਪਾਂ ਸਿੰਗਲ ਕਪਲ 'ਚ ਕਨਵਰਟ ਕਰਦੇ ਹਾਂ। ਪਹਿਲਾ ਕੰਮ ਤਾਂ ਇਹ ਹੋ ਗਿਆ ਸ਼ੋ। ਹੁਣ ਸ਼ੋ ਕਰਨਾ ਕਿ ਇਹ ਸਾਰਿਆਂ ਦਾ ਜੋ ਮੂਵਮੈਂਟ ਆਫ ਕਪਲ ਹੋਊਗਾ ਉਹ ਰਿਜ਼ਲਟੈਂਟ ਦੇ ਮੂਵਮੈਂਟ ਆਫ ਕਪਲ ਦੇ ਬਰਾਬਰ ਹੋਊਗਾ। ਦੇਖੋ ਧਿਆਨ ਨਾਲ। ਇੱਕ ਹੋਰ ਗੱਲ ਦੱਸਣੀ ਹੈ, ਜਿਹੜਾ ਸਿੰਗਲ ਕਪਲ ਹੋਊਗਾ ਉਹਦੇ 'ਚ ਫੋਰਸ ਕਿੰਨੀ ਹੋਊਗੀ? ਹੈਵਿੰਗ ਫੋਰਸ, ਉਹਦੀ ਫੋਰਸ ਹੋਊਗੀ ਸਿੰਗਲ ਕਪਲ ਦੀ P + X + Y up to so on। P ਦਾ ਕੀ ਰੱਖਿਆ ਆਪਾਂ ਨੇ? X Y, ਜਿਵੇਂ P Q R S T ਜਿੰਨੇ ਮਰਜ਼ੀ ਕਪਲ ਹੋਣਗੇ ਉਸ ਤਰ੍ਹਾਂ ਬਣੀ ਜਾਣਗੇ। ਜੇ P ਤੋਂ P ਆ ਗਿਆ, Q ਤੋਂ ਆਪਾਂ X ਲੈ ਲਿਆ, R ਤੋਂ Y ਲੈ ਲਿਆ, ਅੱਗੇ ਕੋਈ ਹੋਰ ਹੋਊਗਾ ਉੱਥੋਂ ਆਪਾਂ Z ਬਣਾ ਲਾਂਗੇ, ਏਦਾਂ ਬਣੀ ਜਾਊਗਾ ਸਾਰਾ। ਤਾਂ ਇਹ ਸੋਮ ਦਾ ਰਿਜ਼ਲਟੈਂਟ ਹੋਊਗਾ। P ਵਾਸਤੇ P ਸੀਗਾ, Q ਵਾਸਤੇ X ਬਣਾ ਲਿਆ, Y ਵਾਸਤੇ Y ਬਣਾ ਲਿਆ, ਹੋ ਗਿਆ। ਅੱਗੇ ਹੋਰ ਕਪਲ ਹੋਣਗੇ ਉਹਦੇ ਵਾਸਤੇ ਕੁਛ ਹੋਰ ਬਣਾ ਲਾਂਗੇ, ਉਹਦੇ ਵਾਸਤੇ ਕੁਛ ਹੋਰ ਬਣਾ ਲਾਂਗੇ, ਏਦਾਂ ਸੋਮ ਚਲੀ ਜਾਊਗਾ। ਇਹ ਰਿਜ਼ਲਟੈਂਟ ਹੋਊਗਾ ਸਿੰਗਲ ਫੋਰਸ। ਇਹ ਫੋਰਸ ਜਿਹੜਾ ਸਿੰਗਲ ਕਪਲ ਬਣਾਇਆ ਉਹਦੀ ਫੋਰਸ ਇਹ ਹੋਊਗੀ। ਨਾਓ ਇਹ ਰਿਜ਼ਲਟੈਂਟ ਹੋਊਗਾ ਸਿੰਗਲ ਫੋਰਸ ਦੈਟ ਇਜ਼ ਰਿਜ਼ਲਟੈਂਟ। ਰਿਜ਼ਲਟੈਂਟ ਕਹਾਂਗੇ। ਹੁਣ ਕੀ ਕਰਨਾ ਆਪਾਂ ਨੇ, ਇਹ ਜੋ ਇਹਦਾ ਮੂਵਮੈਂਟ ਆਫ ਕਪਲ ਹੋਊਗਾ ਰਿਜ਼ਲਟੈਂਟ ਦਾ, ਉਹਨੂੰ ਕੀ ਸ਼ੋ ਕਰਨਾ ਆਪਾਂ? ਇਹ ਸਾਰਿਆਂ ਦੇ ਅਲਜੈਬਰਿਕ ਸਮ ਦੇ ਬਰਾਬਰ ਹੋਊਗਾ ਮੂਵਮੈਂਟ ਆਫ ਕਪਲ ਦਾ ਜਿਹੜਾ ਅਲਜੈਬਰਿਕ ਸਮ ਕਰਾਂਗੇ। ਨਾਓ movement of couple of resultant, ये कितना होगा देखो ध्यान। फोर्स, ध्यान देखियो, ये फोर्स सोन चलिएगा, फोर्स इनटू डिस्ट आर्म, ये मूवमेंट ऑफ कपल है। ਹੁਣ ਆਪਾਂ x ਪਿੱਛੇ ਕੱਢਿਆ ਹੋਇਆ ਦੇਖੋ ਗੌਰ ਨਾਲ। x ਕੱਢਿਆ ਸੀ ਆਪਾਂ ਨੇ Q/P ਪਿੱਛੇ ਕੱਢਿਆ ਸੀ ਆਪਾਂ ਸ਼ੁਰੂ ਦੇ ਵਿੱਚ, ਤੇ y ਕੱਢਿਆ ਸੀ ਆਪਾਂ ਨੇ R/P। ਸੋਨ ਲੈ ਗਏ, P ਆ ਗਿਆ। ਆ P ਅੰਦਰ ਮਲਟੀਪਲਾਈ ਕਰਤਾ, ਕੀ ਬਣ ਗਿਆ? PP QQ R। ਗੌਰ ਨਾਲ ਦੇਖੋ ਕੀ ਹੈ, ਇਹ ਪਹਿਲਾ ਮੂਵਮੈਂਟ ਆਫ ਕਪਲ ਹੈ, ਇਹ ਦੂਜਾ ਮੂਵਮੈਂਟ ਆਫ ਕਪਲ ਹੈ, ਇਹ ਤੀਜਾ ਮੂਵਮੈਂਟ ਆਫ ਕਪਲ ਹੈ। ਇਹ ਸਾਰਾ ਕੀ ਕਹਾਂਗੇ ਆਪਾਂ? ਅਲਜੈਬਰਾਇਕ ਸਮ ਆਫ ਇਜ਼ ਇਕੁਅਲਸ ਟੂ ਅਲਜੈਬਰਾਇਕ ਸਮ ਆਫ ਮੂਵਮੈਂਟ ਆਫ ਕਪਲ, movements of couple of all forces। ਇਹ ਸਾਰੇ ਫੋਰਸ ਦੇ ਮੂਵਮੈਂਟ ਆਫ ਕਪਲ ਹੈਗੇ ਨੇ, ਉਹਦਾ ਅਲਜੈਬਰਿਕ ਸਮ ਹੈ। ਇਹੀ ਆਪਾਂ ਇਹਦੇ ਵਿੱਚ ਸ਼ੋ ਕਰਨਾ। ਸੋ ਇਹ ਧਿਆਨ ਨਾਲ ਪੜ੍ਹ ਲਿਓ ਦੁਬਾਰਾ ਜੀ, ਤੇ ਸਮਝ ਆ ਜਾਏਗਾ। ਇਹਦੇ ਉੱਪਰ ਬੇਸਡ ਆਪਾਂ ਨੇ ਅੱਗੇ ਨਿਊਮੈਰੀਕਲ ਦੇਖਣੇ। ਜੇ ਕੰਸੈਪਟ ਸਮਝ ਆ ਗਿਆ, ਨਿਊਮੈਰੀਕਲ ਸੌਖੇ ਨੇ ਸਾਰੇ। 2-3 ਨਿਊਮੈਰੀਕਲ ਕਰਵਾਉਣੇ ਨੇ ਜੀ, ਫਿਰ ਹੋਰ ਕੰਸੈਪਟ ਕਲੀਅਰ ਹੋ ਜਾਊਗਾ। तो सिंपल न्यूमेरिकल कर रहे हैं, देखो ध्यान दो। 2 forces
acting at points A 10, B -1, form a couple of movement 10 units. Find forces if AB is arm of couple. देखो जी, एक पॉइंट ए हैगा -10 ਤੇ B पॉइंट हैगा जी 10। जो ਆਪਾਂ ਨੂੰ मूवमेंट ऑफ कपल हैगा मूवमेंट ऑफ कपल ये 10 पॉजिटिव एंटी क्लॉकवाइज तो एक फोर्स इधर ऊपर होएगी P, एक फोर्स इधर ਤਾਂ ਹੀ एंटी क्लॉकवाइज बनेगा। डायरेक्शन ध्यान रखिए खास करके। ये आ गया ਹੁਣ फोर्स की ਹੁੰਦੀ ਹੈਗੀ ਆ, फोर्स ਹੁੰਦਾ मूवमेंट ऑफ कपल की ਹੁੰਦਾ फोर्स इनटू आर्म। आर्म कितनी है ए बी ये 10 है। फोर्स करनी है बस, सिंपल सा क्वेश्चन। आर्म चेक कर लो कितनी होगी, बाय डिस्टेंस फार्मूला पढ़ लो, चाहे इतना कर लो कि आ भी बनना आ बनना, तो ओवरऑल डिस्टेंस 2 हो गया, ये 2 आ गया जी। तो P कितना आ गया 10/2। तो सिंपल सा क्वेश्चन सी। ये क्वेश्चन काफी इंपॉर्टेंट है और देखिए मैं स्टेटमेंट पढ़ रहा हूं, ध्यान दियो। ABCD is a sphere whose side is 2 units in length. Forces A, B, C, D act alongside AB, BC, CD, DA. Taken in order. Forces under 2P and under 2Q act along AC and DB respectively. Show that if P plus Q equal to C minus A and P minus Q equals to D minus B, the forces are equivalent to a couple of moment A plus B plus C plus D. तो देखो जी है कंसैप्ट की है, ਹੁਣ ਇਹ ਚ ਪੁਰਾਣੇ ਕੰਸੈਪਟ ਯੂਜ਼ ਹੋਣਗੇ ਕਾਫੀ, ਜਿਵੇਂ ਰਿਜ਼ੋਲਵਡ ਪਾਰਟਸ ਆਪਾਂ ਕੀਤਾ ਸੀ। तो देखो ध्यान, जे पुराने कंसैप्ट आंदे ने जी तो कपल कोई औखा नहीं लगना, बिकॉज कपल से एक ही फॉर्मूला किया वो की है जी फोर्स इनटू आर, बस एक फॉर्मूला किया। पुराने कंसैप्ट लगणगे दे विच। ये कोई स्केयर आ ए बी सी डी दिता है जी, ए बी दे अलोंग फोर्स लग रही है ए बी बी सी सी डी डी। इधर फोर्स लग रही है जी ए, इधर बी आ, इधर सी आ, इधर डी। और भी गिवन आपां नूं वो हैगा ए सी ते डी बी। ए सी अलोंग फोर्स लग रही है अंडर 2P ते डी बी अलोंग फोर्स लग रही है अंडर 2Q। ये फोर्स लग रही है। चलो पहली गल आपां शो करना कि यह सारे नूं आपां जे दिता है उन्होंने P plus Q C minus A बराबर, P minus Q D minus B बराबर, तो शो करना पहली गल कि ये सारा कपल च कन्वर्ट कर सकते। मेन प्रॉब्लम ये आउगी आप कपल च किवें कहांगे कि सारा कपल च कन्वर्ट हो गया। यह तरीका की है, ये जे सारा कपल च कन्वर्ट आप तां कर सकते हैं जे इहदे विच डिफरेंट डिफरेंट कपल होण। ध्यान दिओ, एक आ कपल, एक आ कपल, एक आ कपल है, एक आ कपल आ गया। तो ओवरऑल आप सारे नूं कह सकते हैं, पिछे कीते फिल्म आपण डिफरेंट डिफरेंट कपल जिन्ने मर्जी होण उन्हां सारे नूं आपां सिंगल कपल च कन्वर्ट कर सकते हैं, जो लास्ट में प्रूव। पहला इह च करना की आपां ने इहनूं आपां कपल च कन्वर्ट करना सारा।
ਇਹ ਸ਼ੋ ਕਰਨਾ ਜੀ ਆਪਾਂ। ਇਹ ਸਾਰੇ ਗੱਲਾਂ ਧਿਆਨ ਨਾਲ ਸਮਝਿਓ। ਇਹਨੂੰ ਕਪਲ ਚ ਕਨਵਰਟ ਕਿਵੇਂ ਕਰਾਂਗੇ? ਜੇ ਇਹਦੇ ਵਿੱਚ 2 ਕਪਲ ਸ਼ੋ ਕਰਦੀ ਹੈ, ਇਹਦੇ ਵਿੱਚ 2 ਕਪਲ ਨੇ, ਇਹ ਸਾਰੇ 2 ਕਪਲ ਬਣਾ ਰਹੇ, ਤਾਂ 2 ਕਪਲ ਨੂੰ ਆਪਾਂ ਸਿੰਗਲ ਕਪਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਬਾਈ ਪ੍ਰੀਵੀਅਸ ਥਿਊਰਮ, ਕਿ ਜਿੰਨੇ ਮਰਜ਼ੀ ਕਪਲ ਹੋਣ ਉਹਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਰ ਸਕਦੇ ਹਾਂ। 2 ਹੋਣ, 3 ਹੋਣ, 4 ਹੋਣ, 5 ਹੋਣ, ਇਹਨੂੰ ਕਪਲ ਚ ਕਨਵਰਟ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ ਕਪਲ ਚ ਕਨਵਰਟ? ਆਪਾਂ ਹੁਣ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਇਹ ਚ ਕਪਲ ਹੈ ਨਹੀਂ ਕਿਤੇ। ਜੇ ਕੁਐਸਚਨ ਇਦਾਂ ਹੁੰਦਾ, ਦੇਖੋ ਜੇ ਸਮਝ ਨਹੀਂ ਆ ਗੱਲ, ਜੇ ਸਮਝ ਆ ਗਈ ਕੁਐਸਚਨ ਸੌਖਾ ਜੀ। ਇੱਧਰ P ਆ, ਇੱਧਰ ਫੋਰਸ ਮੰਨ ਲਓ, ਹਾਂ P ਆ, ਇੱਧਰ A ਪਾ ਲਓ, ਇੱਧਰ ਫੋਰਸ A ਆ, ਇੱਧਰ ਫੋਰਸ A ਆ, ਇੱਧਰ ਫੋਰਸ B ਆ, ਇੱਧਰ ਫੋਰਸ B। ਕਿ ਇਹ ਫੋਰਸ ਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਰ ਸਕਦੇ? ਕਰ ਸਕਦੇ। ਕਿਉਂ? ਇੱਕ ਤਾਂ ਆਹ ਕਪਲ ਬਣ ਰਿਹਾ, ਦੇਖੋ ਦੋਨਾਂ ਵਿੱਚ ਕਪਲ ਕੀ ਹੁੰਦਾ? ਅਨਲਾਈਕ ਪੈਰਲਲ ਫੋਰਸਿਸ ਹੈਵਿੰਗ ਡਿਫਰੈਂਟ ਲਾਈਨ ਆਫ ਐਕਸ਼ਨ। ਇਹਦੀ ਹੋਰ ਆ, ਇਹਦੀ ਹੋਰ ਲਾਈਨ। ਇਹ ਅਨਲਾਈਕ ਪੈਰਲਲ ਫੋਰਸਿਸ, ਇੱਕ ਤਾਂ ਆਹ ਕਪਲ ਬਣਦਾ, ਦੇਖੋ ਇੱਕ ਆਹ ਕਪਲ ਬਣਦਾ। 4 ਫੋਰਸਿਸ ਸੀ ਓਵਰਆਲ, 2 ਤਾਂ ਆਹ ਕਪਲ ਬਣਾਤਾ ਉਹਨਾਂ ਨੇ, 2 ਦਾ ਆਹ ਕਪਲ ਬਣ ਗਏ। ਤਾਂ ਕਹਿ ਸਕਦੇ ਹਾਂ ਕਿ ਇਸ ਡਾਇਗਰਾਮ ਦੇ ਵਿੱਚ ਪੂਰੇ 4 ਫੋਰਸਿਸ 2 ਕਪਲ ਬਣਾ ਰਹੀਆਂ। ਇੱਕ ਤਾਂ ਆਹ ਕਪਲ ਹੋ ਗਿਆ, ਇਹ ਫੋਰਸਿਸ ਦਾ, ਇੱਕ ਬੀ ਫੋਰਸ। ਜੇ 2 ਕਪਲ ਬਣ ਗਏ ਤੇ 2 ਕਪਲ ਨੂੰ ਆਪਾਂ ਫਿਰ ਸਿੰਗਲ ਕਪਲ ਚ ਕਨਵਰਟ ਕਰ ਸਕਦੇ, ਤਾਂ ਆਪਾਂ ਕਹਿ ਸਕਦੇ ਕਿ ਇਹ ਸਿੰਗਲ ਕਪਲ ਬਣ ਸਕਦਾ। ਸਰ ਗੱਲ ਸਮਝ ਆਈ ਹੋਵੇ। ਸਿੰਗਲ, ਇਹਨੂੰ ਪਹਿਲਾਂ ਆਪਾਂ ਸ਼ੋ ਕਰਨਾ ਕਿ ਸਟੇਟਮੈਂਟ ਕੀ ਹੈਗੀ ਆ। ਫੋਰਸਿਸ ਆਰ ਇਕੁਇਵਲੈਂਟ ਟੂ ਅ ਕਪਲ, ਇੱਕ ਸਿੰਗਲ ਕਪਲ ਦੇ ਬਰਾਬਰ ਹੋਊਗਾ। ਮੂਵਮੈਂਟ ਤਾਂ ਕੱਢ ਹੀ ਲਵਾਂਗੇ, ਮੂਵਮੈਂਟ ਕੱਢਣ ਵਾਸਤੇ ਕਿਹਾ ਉਹਨਾਂ ਨੂੰ, ਕੱਢ ਲਾਂਗੇ। ਇਹਨੂੰ ਪਹਿਲਾਂ ਆਪਾਂ ਸਿੰਗਲ ਕਪਲ ਚ ਕਨਵਰਟ ਕਰਨਾ ਹੈ। ਗੱਲ ਸਮਝ ਨਹੀਂ ਆ ਕਿ ਸਿੰਗਲ ਕਪਲ ਚ ਕਿਵੇਂ ਕਨਵਰਟ ਕਰਾਂਗੇ। ਜੇ ਇਹਦੇ ਵਿੱਚ 2 ਕਪਲ ਹੋਣ, 3 ਕਪਲ ਹੋਣ, 4 ਕਪਲ ਹੋਣ, 5 ਕਪਲ, ਜਿੰਨੇ ਮਰਜ਼ੀ ਕਪਲ ਹੋਣ, ਤਾਂ ਜੇ ਇਹਦੇ ਵਿੱਚ ਕਪਲ ਪਏ ਹਨ ਤਾਂ ਉਹਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਹਿ ਸਕਦੇ ਕਿ ਸਿੰਗਲ ਕਪਲ ਬਣੇਗਾ। ਜਿਵੇਂ ਇਹ ਆਪਾਂ ਕਹਿ ਸਕਦੇ ਕਿ ਸਿੰਗਲ ਕਪਲ ਬਣੇਗਾ ਬਿਕੋਜ਼ 2 ਕਪਲ ਨੇ। ਇਹ ਪ੍ਰੀਵੀਅਸ ਸ਼ੁਰੂ ਕੀਤੇ ਜਿੰਨੇ ਮਰਜ਼ੀ ਕਪਲ ਹੋਣ ਉਹਨੂੰ ਆਪਾਂ ਸਿੰਗਲ ਕਪਲ ਚ ਲਿਖ ਸਕਦੇ ਹਾਂ। ਇੱਥੇ ਪ੍ਰੋਬਲਮ ਇਹ ਆ A ਆ C ਆ, ਇਹ ਕਪਲ ਤਾਂ ਲੱਗ ਨਹੀਂ ਰਿਹਾ, ਕਿੱਦਾਂ ਕਪਲ ਬਣੂਗਾ? ਕਪਲ ਕਿਵੇਂ ਬਣਦਾ ਹੁੰਦਾ? ਜਦੋਂ ਇਕੁਅਲ ਅਨਲਾਈਕ ਪੈਰਲਲ ਫੋਰਸਿਸ ਹੋਣਗੀਆਂ ਤੇ ਡਿਫਰੈਂਟ ਲਾਈਨ ਆਫ ਐਕਸ਼ਨ ਹੋ, ਤਾਂ ਕਪਲ ਬਣੇ। ਇਹ ਚ ਕਪਲ ਲੈ ਕੇ ਆਣੇ, 2 ਕਪਲ ਬਣ ਗਏ, 3 ਕਪਲ ਬਣ ਗਏ, ਫਿਰ ਆਪਾਂ ਉਸ ਕੇਸ ਚ ਕਹਾਂਗੇ ਕਿ ਇਹ ਸਿੰਗਲ ਕਪਲ ਚ ਕਨਵਰਟ ਹੋ ਸਕਦਾ। ਇੱਕ ਥੋੜੀ ਗੱਲ ਹੋਰ ਦੇਖੋ ਧਿਆਨ ਨਾਲ, ਜਿਵੇਂ ਆਹ D ਆਹ ਡਾਇਗਰਾਮ ਦੇਖਿਓ ਧਿਆਨ ਨਾਲ, ਡਾਇਗਰਾਮ ਬਣਾਈਏ ਕਿ ਆਪਾਂ ਇਹਨੂੰ ਸਿੰਗਲ ਕਪਲ ਚ ਕਨਵਰਟ ਕਰ ਸਕਦੇ ਹਾਂ। ਇੱਕ ਤਾਂ ਕਪਲ ਹੈ ਇਹਦੇ ਵਿੱਚ, ਦੇਖੋ A ਅਨਲਾਈਕ ਪੈਰਲਲ ਫੋਰਸਿਸ ਨੇ, ਡਿਫਰੈਂਟ ਲਾਈਨ ਆਫ ਐਕਸ਼ਨ। ਇੱਕ ਤਾਂ ਕਪਲ ਹੈ, ਦੂਜਾ ਕਪਲ ਤਾਂ ਹੈ। ਇਸ ਕਰਕੇ ਆਪਾਂ ਨੂੰ ਸਿੰਗਲ ਕਪਲ ਚ ਕਨਵਰਟ ਨਹੀਂ ਕਰ ਸਕਦੇ। ਫਿਰ ਕਿਵੇਂ ਆ? ਜੇ D ਤੇ B ਬਰਾਬਰ ਹੋਣ ਫੇਰ, ਹਾਂਜੀ, ਇਫ ਜੇ D ਤੇ B ਬਰਾਬਰ ਹੋਣ ਫਿਰ ਆਪਾਂ ਨੂੰ ਸਿੰਗਲ ਕਪਲ ਚ ਕਨਵਰਟ ਕਰ ਸਕਦੇ। ਕਿਉਂ? D ਤੇ B ਬਰਾਬਰ ਹੋਣ ਤਾਂ ਕੀ ਫਾਇਦਾ ਹੋਊਗਾ? ਜੇ D ਤੇ B ਬਰਾਬਰ ਹੋਣਗੇ ਫਿਰ ਇਹ ਵੀ ਕਪਲ ਬਣ ਜਾਊਗਾ, ਇਹ ਤਾਂ ਕਪਲ ਹੈਗਾ ਹੀ ਆ, 2 ਕਪਲ ਆ ਗਏ, ਉਹਨੂੰ ਆਪਾਂ ਸਿੰਗਲ ਕਪਲ ਚ ਲਿਖ ਸਕਦੇ ਹਾਂ ਬਾਈ ਯੂਜ਼ਿੰਗ ਪ੍ਰੀਵੀਅਸ ਥਿਊਰਮ। ਤੋ ਦੇਖੋ ਧਿਆਨ ਨਾਲ, ਜੇ ਗੱਲ ਸਮਝ ਆਈ ਹੋਵੇ। ਇਸ ਸਟੇਟਮੈਂਟ ਵਿੱਚ ਵੀ ਇਹੀ ਆ, ਉਹਨੇ ਪਾਇਆ ਇਫ P + Q = C - A ਦਿੱਤਾ ਹੈ। ਉਹ ਯੂਜ਼ ਕਰਨਾ ਕਿਵੇਂ ਕਰਨਾ ਆਪਾਂ ਦੇਖਦੇ ਹਾਂ। ਇਹ ਗੱਲ ਥੋੜੀ ਧਿਆਨ ਨਾਲ ਲਿਖ ਲਿਓ, ਜੋ ਬੋਲੀ ਹੈਗੀ ਹੈ ਧਿਆਨ ਨਾਲ ਲਿਖ ਲਿਓ ਕਾਪੀ 'ਚ। ਸੋ ਪਹਿਲੀ ਗੱਲ ਕੀ ਹੈਗੀ ਆ, ਆਪਾਂ ਸਾਰੀਆਂ ਫੋਰਸਿਸ ਸਿੰਗਲ ਕਪਲ 'ਚ ਲੈ ਕੇ ਆਉਣਾ, ਪਹਿਲਾਂ ਕਪਲ 'ਚ ਲੈ ਕੇ ਆਉਂਦੇ ਆ ਬਾਅਦ 'ਚੋਂ। ਪਹਿਲਾ ਕੰਸੈਪਟ ਸਿਰਫ ਇਹ ਆ ਕਿ ਇਹ ਸਾਰੀਆਂ ਫੋਰਸਿਸ 6 ਫੋਰਸਾਂ ਨੇ, A B C D √P √2P √2Q। ਇਹ ਸਾਰੀਆਂ ਫੋਰਸਿਸ ਨੂੰ ਸਾਈਡਸ ਦੇ ਅਲੋਂਗ ਬਣਾਓ। ਪਹਿਲਾ ਕੰਮ ਇਹ ਕਰੋ, ਮਤਲਬ ਇਹ ਫੋਰਸ ਦੇ 2 ਰਿਜ਼ਲਟ ਪਾਰਟ ਕਰ ਲਿਆ ਐਂਗਲ 45 ਨੂੰ 10 ਸਕੁਅਰ ਚ। ਰਿਜ਼ਲਟ ਪਾਰਟ ਕੀਤਾ ਤਾਂ ਇਹ ਕਿੰਨਾ ਹੋਊਗਾ ਜੀ, ਮੈਂ ਲਿਖ ਰਿਹਾ result part of √2P along AB। ਹੁਣ ਇਹ ਪੁਰਾਣਾ ਕੰਮ ਹੈ, ਜੇ ਪਤਾ ਹੋਊਗਾ sin cos 45 ਹੋਊਗਾ।
ਇਹ √2 ਹੁੰਦਾ ਜੀ, ਇਹ P ਆ ਜੀ, ਤਾਂ ਸਮਾਲ p ਸੀ। ਤਾਂ ਇਹਦਾ ਰਿਜ਼ਲਟ ਪਾਰਟ ਇਧਰਲੇ ਪਾਸੇ ਕੀ ਆ ਗਿਆ, P ਆ। ਹੁਣ ਉਹੀ ਆ, ਜੇ ਪਿਛਲਾ ਕੰਮ ਧਿਆਨ ਨਾਲ ਕੀਤਾ ਹੋਊਗਾ ਤਾਂ ਪ੍ਰੋਪਰ ਸਮਝ ਆਊਗੀ। ਇਹਦਾ ਰਿਜ਼ਲਟ ਪਾਰਟ ਇੱਧਰ ਕਿੰਨਾ ਹੋਊਗਾ, ਇਹ ਵੀ P ਹੋਊਗਾ। ਦੇਖ ਲੈਣੇ ਆਪਾਂ ਰਿਜ਼ਲਟ ਪਾਰਟ ਆਫ √2P ਅਲੋਂਗ ED ਕਿੰਨਾ ਹੋਊਗਾ, √2P sin 45, sin 45 ਵੀ 1/√2 ਹੁੰਦਾ ਹੈ P। ਹੁਣ ਧਿਆਨ ਦੇ ਵਿੱਚ ਹੋਵੇ, ਇਹ ਸਿੰਗਲ ਫੋਰਸ ਨੂੰ ਆਪਾਂ ਦੋ ਕੰਪੋਨੈਂਟਸ ਤੋੜਦੇ, ਜਾਂ ਸਿੰਗਲ ਫੋਰਸ ਦੇਖਾਂਗੇ ਜਾਂ ਦੋ ਕੰਪੋਨੈਂਟ ਦੇਖਾਂਗੇ। तो मतलब ये पहला सारी गल्लां कीतियां हुई हैं। फिर हुण आ फोर्स आपां नहीं देखांगे, सिर्फ आ दो फोर्स देखांगे, बिकॉज इहनूं तोड़ के दो हिस्से कर लिया, ये दो हिस्से। हुण इहदा कीता आपां ने सिमिलरली रिजॉल्वड पार्ट्स ऑफ √2Q along DC and D along DC and D डायरेक्शन ध्यान रखनी है, ये अगे नूं मतलब रिजॉल्व पार्ट अगे नूं जाणगे। इधरले पासे सिमिलरली करता जी, कितना होगा R, ये भी Q, Q cos 45 आऊगा, √2 कैंसिल हो जाएगा, पहला कितना sin 45 होगा, √2 कैंसिल हो जाएगा रिस्पेक्टिव। इधर में कितना आपका इधर Q आ गया जी, ते इधर Q। तो ये फोर्स भी खत्म होगी अपने। हुण सारियां फोर्सां अलोंग साइड्स आ रही। हुण ये डायग्राम मैं प्रॉपर बना रहा हूं, वो देखो ध्यान नाल किवें दोबारा बना रहा डायग्राम। दोनों डायग्राम बन गए, मैं रब कर देना डायग्राम दोनों बन गई फेयर से जी। पर डायग्राम बनाई आपां दोबारा, ये डायग्राम तो काफी कुछ क्लियर हो जाएगा। डायग्राम का लोड नहीं बनाना, क्योंकि तो मैं तोड़ते जी, इन्हों तोड़ के आप ऐसा बना लिया डायग्राम, डायग्राम की लोड नहीं होगी। इधर फोर्स ओवरऑल कितनी A प्लस P, A प्लस P। हुण इधर लभो फोर्स की, इधरले पासे C इधर जा रही है, Q इधर जा रहा है। मैं डायरेक्शन इधरले पासे पूछी हैगी है, तो C नूं Q अपोज करेगा, C माइनस Q होगा, पहला कर चुके हैं। C इधर आ, Q इधर आ, तो इधर पासे रिजल्टेंट की होगा C माइनस Q। Q रोकेगा ना, C अगे तक रहा, Q पिछे तक रहा, तो रोकेगा, तो आ जाएगा। इधर फोर्स कितनी आ होगा, इधर पासे जाना, D ते Q इको साइड ने ये ऐड होंगे, D प्लस Q, P रोक रहा, P सपरेट करो, तो इधर फोर्स कितनी हैगी है, ये उम्मीद है तुम गल समझ आ गई होगी। हुण ये कपल कदों बनेगा जी, ये फोर्स इहदे बराबर होवे एक तां फिर कपल बन जाएगा, ये फोर्स इहदे बराबर होवे फिर कपल बन जाएगा। जे ये फोर्स इहदे बराबर होवे एक कपल हो गया, ये फोर्स इहदे बराबर होवे दो कपल, सारियां फोर्सां दो कपल च कन्वर्ट हो गईयां। जे दो कपल दे विच कन्वर्ट हो गईयां, फिर उह सिंगल कपल च आपां लिख सकदे। हुण देखो ध्यान नाल, आल्सो दित्ता की होया आपां, आल्सो आपां नूं गिवन है P प्लस Q इक्वल टू C माइनस C। इधर ले आओ जी, दिस इंप्लाइज P प्लस A इक्वल टू C माइनस Q। ये गौर नाल देखो कि ये दोने आपां नूं बराबर दिते होए, दिते क्यों होए ने, दिते होए तां ने तां जो अपना कपल बन जाए। ये बराबर हो के दिता है आपां नूं, एंड और दिता है आपां नूं P माइनस Q D माइनस B, इथों लिख सकते हैं आपां B इधर ले आओ, बाकी उधर D प्लस Q माइनस D इधर ले आंदा, B इधर ले आंदा, बाकी चेक उधर ले। तो आ देखो की है दिता है कि दोनों फोर्स आपस में इक्वल, जे दोनों फोर्स आपस इक्वल ने, ए फोर्स इक्वल ए दे बराबर गिवन है, ए दे बराबर गिवन है, देयरफॉर कपल बन गया। देयरफॉर ये रब कर रहे हैं, देयरफॉर
all forces constitute बनाउणगे सारे फोर्सेस बनाउणगे टू कपल्स सारिया फोर्स मिलकर दो कपल बनाउणगे एक ताह एक आह दो कपल बन गए which can be equivalent to single couple ये पिछे शुरू किया कि दो कपल है दो कपल नूं आपां सिंगल कपल दे विच इक्विवेलेंट कह सकते ये पहला पार्ट टू है और जो सिंगल कपल हैगा ओदा मूवमेंट ऑफ कपल फाइंड कर देयरफॉर मूवमेंट ऑफ कपल सिंगल कपल मतलब रिजल्टेंट हो गया ये पिछे किया आपां आ दो कपल दे कपल बनेगा एक ये दो कपल दा एक कपल बनाया आपां जी च आपां कन्वर्ट करांगे ओनू की किया सी आपां रिजल्टेंट किया सी जो जीरो की आपां जे रिजल्टेंट किया सी तो मूवमेंट ऑफ कपल की आऊगा ये हुंदा हैगा अलजेब्राइक sum of all movement of couple all movements of couple movement of couple पाया भी movement of couple पाया फर्क रखने वास्ते movement of couple of resultant पाया मूवमेंट ऑफ कपल ऑफ रिजल्टेंट दसने वास्ते कि रिजल्टेंट दा मूवमेंट ऑफ कपल करता है अलजेब्रिक सम ऑफ ऑल मूवमेंट्स ऑफ कपल ये जोड़ांगे ਇਹਦਾ कपल आ जाएगा तो ध्यान दो ये किवें होगा आ डिस्टेंस गिवन है आ भी 2 है जी आ भी 2 मूवमेंट ऑफ कपल काट रहे फोर्स इनटू डिस्टेंस r ये पहला मूवमेंट ऑफ कपल आ गया चाहे आ ले लो फोर्स चाहे आ ले लो फोर्स दोनों बराबर लिखी नहीं है प्लस दूसरा फोर्स इनटू मूवमेंट आर आ दोने ये कपल बना रही ने ये फोर्स इनटू डिस्टेंस कर लो चाहे आ फोर्स कर लो फोर्स दोने बराबर ही ने आ फोर्स इनटू डिस्टेंस कर लो चाहे आ फोर्स इनटू डिस्टेंस कर दोने फोर्स से बराबर ही ने आपको दिखा है ये मूवमेंट ऑफ कपल आ गया ओवरऑल ये सॉल्व करना अपने की शो करना जो दिता है वो सॉल्व करते हैं ये पी नहीं पता अपन जेड़ा प्रूव करना ना अपन प्रूव करना कि मूवमेंट ऑफ कपल ए प्लस बी प्लस सी प्लस डी है ये प्रूव करना अपने पी तो है नहीं तो पी कढ़ लवांगे पी इतों कढ़ लो ये विच ही लाइन ऐड कर लीए ये विच ही पा लियो लाइन ऐड किया अपने तो 2p कितना आऊगा C minus A minus plus D minus B ये नंबरिंग 1 है ये च वैल्यू भरती है अपने 2A plus 2P कितना अपने को शॉर्टकट मार रहे हैं C minus A plus D minus B 2B using 1 कर लो सॉल्व कितना होगा इधर पा रहे हैं इक्वल्स टू ये A आ जाएगा और बी आ जाऊगा जी और सी या और डी ये आपने शो करना सिंगल कपल च आप ये काफी इंपॉर्टेंट क्वेश्चन है तेरे नाल दे एक क्वेश्चन होर करवाना है फिर तुम होर कंसेप्ट क्लियर हो जाएगा स्टेटमेंट पार्ट है तो स्टेटमेंट देख लो ABCD is a rectangle with the sides AB 5 meter BC 12 meter along sides AB BC CD DA and diagonal AC act forces equals to 9 8 24 44 39
किलोग्राम रिस्पेक्टिवली, शो दैट दे आर इक्विवेलेंट टू अ कपल एंड फाइंड द मोमेंट ऑफ कपल। कपल बनाना ਆਪਾਂ इक्विवेलेंट करना। तो पहला ਮੰਗੂ ਜੀ ਬਸ ਇਹਦੇ ਵਿੱਚ ਉਹੀ ਗੱਲ ਆ ਕਿ ਕਪਲ ਦਾ ਕਨਸੈਪਟ ਤਾਂ ਸੌਖਾ ਹੀ ਹੈ ਜੀ, ਮੇਨ ਪੁਰਾਣੇ ਕਨਸੈਪਟ ਆਉਣਗੇ ਇਹਦੇ ਵਿੱਚ ਤੇ ਕੁਝ ਟ੍ਰਿਗੋਨੋਮੈਟਰੀ ਯੂਜ਼ ਹੋਊਗੀ। ਚਲੋ ਤਾਂ ਕਰਵਾ ਰਹੇ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ। 9 8 24 44 9 8 24 40 ए बी बी सी सी डी डी ए ਤੇ ए सी अलॉन्ग लग रही है 13। इधर फोर्स लग रही है 13। ਹੁਣ ਪਹਿਲਾ ਵਾਂਗੂ ਆ ਇਹ ਸਾਰੀਆਂ ਫੋਰਸਾਂ ਪਹਿਲਾਂ ਸਾਈਡ ਦੇ ਲੌਂਗ ਆਪਾਂ ਨੇ ਰਿਪਰੈਜ਼ੈਂਟ ਕਰਾਉਣੀਆਂ ਨੇ। ਇਹ ਤਾਂ ਚਾਰੇ ਫੋਰਸਾਂ ਸਾਈਡ ਦੇ ਲੌਂਗ ਨੇ, ਇਹਦੇ ਦੋ ਹਿੱਸੇ ਕਰਾ, ਦੋ ਹਿੱਸੇ ਹੋਣੇ ਨਹੀਂ ਹੈਗੇ ਕਿਉਂਕਿ ਐਂਗਲ ਨਹੀਂ ਪਤਾ। ਇਹਦਾ ਰਿਜ਼ੋਲਵਡ ਪਾਰਟ ਕਾਸ ਵਾਲਾ ਹੋਊਗਾ ਇਸ ਡਾਇਰੈਕਸ਼ਨ, ਜੇ ਸਾਈਨ ਵਾਲਾ ਹੋਊਗਾ ਜੇ ਐਂਗਲ ਪਤਾ ਹੋਊਗਾ। ਤਾਂ ਐਂਗਲ ਕੱਢਣ ਵਾਸਤੇ ਦਿੱਤਾ ਹੋਇਆ ਕਿ ਇਹ ਲੈਂਥ 15 ਹੈਗੀ, BC 15 ਹੈਗੀ ਹੈ ਤੇ AB ਕਿੰਨੀ ਹੈ 5। ਜੇ ਧਿਆਨ ਨਾਲ ਪੜੋਗੇ ਸਮਝ ਆ ਜਾਏਗਾ ਕਿ ਦਿੱਤਾ ਕਿਉਂ ਹੈ। ਸੋ ਦੇਖੋ ਧਿਆਨ ਨਾਲ, ਇਹ ਟ੍ਰਾਇੰਗਲ ਦੇ ਵਿੱਚ ਇਨ ਟ੍ਰਾਇੰਗਲ ABC ਹਾਈਪੋਟਨਸ ਕੀ ਆਊਗਾ ਅੰਡਰ रूट ऑफ बेस स्क्वायर प्लस perpendicular square 25 plus 13 सी सॉरी इक्वल 144 ये आ गया 30। तो आ साइड 13 होगी। therefore अपने को cos थीटा कितना हो गया, बेस अपॉन हाइपोटेन्यूज 5/13 ਤੇ sin ਥੀਟਾ ਕਿੰਨਾ ਹੋ ਗਿਆ ਆਪਣੇ ਕੋਲ ਪਰਪੈਂਡੀਕੂਲਰ ਅਪੋਨ ਹਾਈਪੋਟੈਨਸ। ਇਹ ਕੱਢੇ ਕਿਉਂ ਨੇ, ਬਿਕੋਜ਼ ਇਹਦੇ ਰਿਜ਼ੋਲਵਡ ਪਾਰਟ ਕਰਨੇ ਆ। therefore resolved parts of force 39 kg along AB and BD are resolved part की होगी along AB कितना होगा 39 cos theta, along AD कितना होगा 39 sin theta, that is 39 into 5/13, 39 into 5 12/13, ये कट गया 3 थे, भी 3 से कट गए, that is 15,36। इधरे पासे होगा 36 cos थीटा, along चेक कर लो। AB along 9 लग रही हैगी, BC along 8 लग रही हैगी, CD along 24 लग रही हैगी, ਅਤੇ DA along 44 लग रही हैगी, ਤੇ AC along लग रही हैगी है 39। ठीक है, ये एंगल थीटा हो गया अपने को। पहला कॉस वाला पार्ट हो गया, इधर इधर होना सी। ए बी लॉन्ग कितना हैगा अपने को 15, ठीक है। ते ए सी लॉन्ग ए डी लॉन्ग कितना आ रहा है 36। ये डायग्राम ध्यान नाल देख ली। ਤਾਂ ਫਿਰ ਆ ਸਿੰਗਲ ਫੋਰਸ ਨੂੰ ਆਪਾਂ ਨੇ ਦੋ ਫੋਰਸਾਂ ਚ ਕਨਵਰਟ ਕਰਤਾ, ਇਹ ਕੱਟ ਕੇ ਆ ਦੋ ਫੋਰਸਾਂ ਬਣ ਗਈਆਂ। ਹੁਣ ਡਾਇਗਰਾਮ ਦੁਬਾਰਾ ਬਣਾਉਣਾ। ਡਾਇਗਰਾਮ ਦੁਬਾਰਾ ਕਿੱਦਾਂ ਬਣੇਗੀ ਗੌਰ ਨਾਲ ਦੇਖਿਓ। ए बी सी डी, ये लेंथ कितनी है 5 आ, ये लेंथ कितनी हैगी। तो देखो ध्यान, इधर ए बी अलॉन्ग ओवरऑल फोर्स कितनी बन गई 15 भी इधर 9 भी इधर, तो ओवरऑल फोर्स 24 बन गई। इधर कितनी है 24, इधर कितनी है 8, इधर देखो कितनी बन गई
नीचे 44 आ रही है, ऊपर 36 आ रही है। ਜਿਹੜੀ ਵੱਡੀ ਹੈ ਡਾਇਰੈਕਸ਼ਨ ਉਹ ਵਾਲੀ ਹੋਊਗੀ, 44 बड़ा है, डायरेक्शन नीचे आऊगी। ओवरऑल फोर्स कितनी बनेगी, 44 इधर 36 अपोज कर रही है, तो ओवरऑल फोर्स बनेगी 8 दी इधरले पासे। ये दो कपल आ गए ਇਹਦੇ ਵਿੱਚ, ਇੱਕ ਤਾਂ ਕਪਲ ਬਣ ਗਿਆ ਜੀ, ਇੱਕ ਆ ਕਪਲ ਬਣ ਗਿਆ, ਦੋ ਕਪਲ ਇਹਦੇ ਵਿੱਚ ਆ ਗਏ, ਤਾਂ ਦੋ ਕਪਲ ਨੂੰ ਆਪਾਂ ਸਿੰਗਲ ਕਪਲ ਚ ਕਨਵਰਟ ਕਰ ਸਕਦੇ ਹਾਂ। ਅੱਗੇ ਲਿਖਾਂਗੇ therefore there are two couples which can be equivalent to single couple। ये पहला पार्ट हो गया कि ये सारे सिस्टम ਨੂੰ ਆਪਾਂ ਇੱਕ ਸਿੰਗਲ ਕਪਲ ਦੇ ਇਕੁਇਵਲੈਂਟ ਲਿਖ ਸਕਦੇ। ਇਹ ਪਹਿਲਾ ਪਾਰਟ ਪ੍ਰੂਵ ਕਰਨਾ ਸੀ। ਦੂਜਾ ਪਾਰਟ ਕੱਢਣਾ ਆਪਾਂ ਮੂਵਮੈਂਟ ਆਫ ਕਪਲ, ਸਿੱਧਾ ਕੱਢ ਰਹੇ ਹਾਂ। therefore movement of couple of resultant का कढ़िया आपने, ये बनेगा जी, ये रब कर दें, सीधा शॉर्टकट मार रहे हैं, शॉर्टकट कर रहे हैं सीधा। पहला फोर्स आ गया 24 इंटू लेंथ कितनी है, आर्म कितनी है 12, डायरेक्शन की होगी एंटी क्लॉकवाइज पॉजिटिव। पहला मूवमेंट ऑफ कपल आ गया, तो दूजा कटा, दूजा 8 ये लेंथ कितनी है, डिस्टेंस कितना है 5, 8 into 5। ये अलजेब्रिक सम जो होगा ओवरऑल मूवमेंट ऑफ कपल होगा 12 चौक 288 प्लस 40 323, जो भी आ गया। सो आज एक है सिंपल कंसेप्ट ही है, ਉਹ ਜਿਹੜੇ ਪਹਿਲਾਂ ਪੜ੍ਹ ਰਹੇ ਹੋ ਸੌਖਾ ਸਮਝ ਆ ਜਾਏਗਾ। ਅਦਰਵਾਈਜ਼ ਧਿਆਨ ਨਾਲ ਕੁਐਸਚਨ ਪੜ੍ਹ ਲਿਓ। ਕੋਈ ਪ੍ਰੋਬਲਮ ਹੋਈ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦੇ ਵੀਡੀਓ ਨੀਚੇ, ਜਾਂ ਜਿਹੜੇ WhatsApp ਗਰੁੱਪ ਬਣੇ ਤੁਸੀਂ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੇ। ਚਲੋ ਠੀਕ ਹੈ ਜੀ, ਅੱਜ ਇਹੀ ਕੰਮ ਕਰਵਾਉਣਾ ਸੀ। ਥੈਂਕ ਯੂ।